ਸਤਿ ਸ਼੍ਰੀ ਅਕਾਲ ਜੀ, मैं ਵਰਿੰਦਰਪਾਲ ਸਿੰਘ ਗਿੱਲ। ਕੇਂਦਰ ਦੀ ਸਰਕਾਰ ਸਦਾ ਰਹੀ ਕਿਸਾਨਾਂ ਲਈ ਗਦਾਰ, ਜੱਟਾ ਤਕੜਾ ਹੋ ਜਾ। ਆਜਾ ਸੜਕ ਤੇ ਧਰਨੇ ਮਾਰ, ਲੜਾਈ ਛਿੜ ਪਈ ਆਰ ਜਾਂ ਪਾਰ, ਜੱਟਾ ਤਕੜਾ ਹੋ ਜਾ। ਇਹ ਬੋਲ ਨੇ ਜਿਹੜੇ ਸ਼ਬਦ ਨੇ, ਇਹ ਮਨਦੀਪ ਪੂਨੀਆ ਨੇ ਤਿਹਾੜ ਜੇਲ੍ਹ ਦੇ ਵਿੱਚ ਜਦੋਂ ਬੰਦ ਸੀ ਆਪਣੀ ਬੈਰਕ ਦੇ ਵਿੱਚ, ਨਾਲ ਦੀ ਬੈਰਕ ਦੇ ਵਿੱਚੋਂ ਸੁਣੇ। ਗਾ ਕੌਣ ਰਿਹਾ ਸੀ? ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਤੋਂ ਦੋ ਵਿਅਕਤੀ 26 ਤਰੀਕ ਨੂੰ ਕਿਸਾਨ ਸੰਘਰਸ਼ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਸੀ। ਉਹ ਇਹ ਸ਼ਬਦ ਲਗਾਤਾਰ ਦੁਹਰਾ ਰਹੇ ਸੀ, ਜੱਟਾ ਤਕੜਾ ਹੋ ਜਾ, ਲੜਾਈ ਛਿੜ ਪਈ ਆਰ ਜਾਂ ਪਾਰ। ਮਨਦੀਪ ਪੂਨੀਆ ਜੋ ਕਿਸਾਨੀ ਸੰਘਰਸ਼ ਦੇ ਵਿੱਚ ਲਗਾਤਾਰ ਰਿਪੋਰਟਿੰਗ ਕਰ ਰਿਹਾ ਸੀ, ਉਹਨੂੰ ਗ੍ਰਿਫਤਾਰ ਕੀਤਾ ਗਿਆ, ਉਸ ਦੀ ਜ਼ਮਾਨਤ ਹੋ ਜਾਂਦੀ ਆ ਤੇ ਉਹ ਲੱਤਾਂ ਉੱਤੇ ਲਿਖ ਕੇ ਲੈ ਕੇ ਆਉਂਦਾ। ਇਹ ਪੱਤਰਕਾਰਤਾ ਆ, ਇਹ ਉਹ ਆਪਣੀ ਪੱਤਰਕਾਰਤਾ ਦਾ ਫਰਜ਼ ਨਿਭਾਉਂਦੇ ਹੋਏ ਆ ਗਿਆ। ਪਰ ਸਾਡੇ ਗੋਦੀ ਮੀਡੀਆ ਦੇ ਬਰਾਬਰ ਬੋਦੀ ਮੀਡੀਆ, ਖੁਲਾਸੇ ਦਰ ਖੁਲਾਸੇ, ਇਹ ਵੀ ਪੱਤਰਕਾਰੀ ਆ। ਕਈ ਵਾਰੀ ਖੁਲਾਸਾ ਨਹੀਂ ਵੀ ਹੁੰਦਾ, ਅੰਦਾਜ਼ੇ ਦਾ ਖੁਲਾਸਾ ਹੋ ਜਾਂਦਾ ਤੇ ਖੁਲਾਸੇ ਨੂੰ ਅੰਦਾਜ਼ਾ ਬਣਾ ਦਿੱਤਾ ਜਾਂਦਾ। ਪਰ ਅਸੀਂ ਸਨਸਨੀ ਚੀਜ਼ ਸੁਣਨ ਦੇ ਆਦੀ ਹਾਂ, ਦਿਮਾਗ ਅਸੀਂ ਵਰਤਣਾ ਨਹੀਂ। ਕੀ ਹੋ ਰਿਹਾ, ਕਿਉਂ ਹੋ ਰਿਹਾ? ਗੋਦੀ ਮੀਡੀਆ ਦੇ ਬਰਾਬਰ ਬੋਦੀ ਮੀਡੀਆ ਕਿਉਂ ਸਰਗਰਮ ਹੋਇਆ? ਇਹ ਸਾਰੇ ਸਵਾਲਾਂ ਦੇ ਜਵਾਬ ਜੇਕਰ ਤੁਸੀਂ ਸਾਰੀ ਗੱਲ ਨੂੰ ਉੱਤੋਂ ਲੈ ਕੇ ਥੱਲੇ ਤੱਕ ਪੜ੍ਹੋ, ਕਿਉਂਕਿ ਪੱਤਰਕਾਰੀ ਦੇ ਵਿੱਚ ਨਾਮ ਬਣਾਉਣ ਨੂੰ ਸਮਾਂ ਲੱਗ ਜਾਂਦਾ, ਵਿਗੜਨ ਲੱਗਿਆ 1 ਮਿੰਟ ਦਾ ਸਮਾਂ ਲੱਗਦਾ, ਤੇ ਕਈ ਵਾਰੀ ਐਸੀਆਂ ਮਜਬੂਰੀਆਂ ਆ ਜਾਂਦੀਆਂ ਕਿ ਉਹ ਬੰਦੇ ਨੂੰ ਬੜਾ ਕੁਝ ਕਰਨਾ ਪੈ ਜਾਂਦਾ। ਅੱਗੇ ਮੈਂ ਦੱਸ ਦਵਾਂ ਕਿ ਮਨੋਹਰ ਲਾਲ ਖੱਟੜ ਦੇ ਪਿੰਡ ਦਾ ਵਿਅਕਤੀ, ਮਨਦੀਪ ਪੂਨੀਆ ਦੀ ਰਿਪੋਰਟਿੰਗ ਹੀ ਆ, ਕਿਸੇ ਗੋਦੀ ਜਾਂ ਬੋਦੀ ਮੀਡੀਆ ਵੱਲ ਨਾ ਜਾਇਓ। ਮਨੋਹਰ ਲਾਲ ਖੱਟੜ ਦੇ ਪਿੰਡ ਦਾ ਇੱਕ ਵਿਅਕਤੀ, 70 ਸਾਲਾ ਬਜ਼ੁਰਗ, ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਕੱਲਾ ਗ੍ਰਿਫਤਾਰ ਹੀ ਨਹੀਂ ਕੀਤਾ ਗਿਆ, ਉਸ ਨੂੰ ਕੁੱਟਿਆ ਵੀ ਗਿਆ ਜੋ ਲੰਗਰ ਖਿਲਾ ਰਿਹਾ ਸੀ। ਬਣਿਆਣੀ ਪਿੰਡ ਮਨੋਹਰ ਲਾਲ ਖੱਟੜ ਦੇ ਪਿੰਡ ਦੇ ਵਿੱਚ ਗ੍ਰੰਥੀ ਸੀ। ਕਿ ਜਿਸ ਲਈ ਉਹਨੂੰ ਕੁੱਟਿਆ ਜਾਂਦਾ ਹੋਊਗਾ, ਉਸ ਵੇਲੇ ਹੱਥ ਕਰਕੇ ਨਾ ਕਿਹਾ ਹੋਊਗਾ ਕਿ ਅਰੇ ਮੈਂ ਮੁੱਖ ਮੰਤਰੀ ਸਾਹਿਬ ਕੇ गाँव का व्यक्ति हूँ। पर ਜਿਹੜੇ ਨਿਰਦੇਸ਼ ਉਹ ਸਾਫ਼ ਹੋਣਗੇ, ਕੋਈ ਨਾ ਲਈ ਜਾਵੇ। ਤੁਸੀਂ ਆਪਣੀ ਡਾਂਗ ਜਿਹੜੀ ਆ ਉਸ ਦੀ ਰਫ਼ਤਾਰ ਧੀਮੀ ਨਹੀਂ ਕਰਨੀ। ਤੁਹਾਡੀ ਰਫ਼ਤਾਰ ਡਾਂਗ ਦੀ ਉਹੀ ਰਹਿਣੀ ਚਾਹੀਦੀ ਆ, ਚਾਹੇ ਮੇਰੇ ਕੋਈ ਪਿੰਡ ਦਾ ਹੀ ਕਿਉਂ ਨਾ ਹੋਵੇ। ਇਹ ਜਿਹੜੇ ਸਪਸ਼ਟ ਨਿਰਦੇਸ਼ ਹੋਣਗੇ, ਇਸੇ ਨਿਰਦੇਸ਼ਾਂ ਕਰਕੇ ਮਨੋਹਰ ਲਾਲ ਖੱਟੜ ਦੇ ਪਿੰਡ ਦੇ ਗ੍ਰੰਥੀ ਨੂੰ ਜਿਹੜਾ ਕੁੱਟਿਆ ਗਿਆ। ਤੇ ਪਿੰਡ ਦੇ ਵਿੱਚ ਸੋਚ ਕੇ ਵੇਖ ਲਓ ਕਿ ਬਾਦਲ ਪਿੰਡ ਦਾ ਵਿਅਕਤੀ ਪੁਲਿਸ ਦੇ ਮੂਹਰੇ ਕਹਿ ਦੇਵੇ, ਪੰਜਾਬ ਦੇ ਵਿੱਚ ਅਕਾਲੀ ਸਰਕਾਰ ਦੇ ਹੁੰਦਿਆਂ, ਕਿ ਮੈਂ ਬਾਦਲ ਸਾਹਿਬ ਦੇ ਪਿੰਡੋਂ ਆ, ਡਾਂਗ ਵਰਜੂ, ਔਖਾ ਲੱਗਦਾ। ਪਰ ਇੱਥੇ ਡਾਂਗਾਂ ਵਰੀਆਂ, ਕਿਉਂਕਿ ਜਿਹੜੇ ਦਿਸ਼ਾ ਨਿਰਦੇਸ਼ ਸੀ ਉਹ ਸਾਫ਼ ਸੀ ਕਿ ਤੁਹਾਡੀ ਡਾਂਗ ਤੇ ਮੂਹਰੇ ਕਿਸਾਨ, ਤੁਸੀਂ ਬਿਲਕੁਲ ਪਿੱਛੇ ਨਹੀਂ ਹਟਣਾ। ਨਾਲ ਦੀ ਨਾਲ ਜਸਮਿੰਦਰ ਸਿੰਘ 43 ਸਾਲਾ ਮਾਨਸਾ ਦਾ 5 ਏਕੜ ਖੇਤੀ ਕਰਨ ਵਾਲਾ ਵੀ ਅੰਦਰ ਆ। ਤੇ ਇੱਕ ਵਾਰੀ ਮੈਂ ਤੁਹਾਨੂੰ ਫਿਰ ਵਾਪਸ ਉੱਥੇ ਹੀ ਲੈ ਜਾਵਾਂ ਕਿ ਆਜਾ ਸੜਕ ਤੇ ਧਰਨੇ ਮਾਰ, ਲੜਾਈ ਛਿੜ ਪਈ ਆਰ ਜਾਂ ਪਾਰ, ਜੱਟਾ ਤਕੜਾ ਹੋ ਜਾ। ਇਹ ਬੋਲ ਨੇ ਉਸ ਸੰਘਰਸ਼ੀ ਦੇ ਜਿਹੜਾ ਤਿਹਾੜ ਜੇਲ੍ਹ ਦੇ ਵਿੱਚ ਬੰਦ ਆ। ਪਰ ਅਸੀਂ ਕਿਸੇ ਜੇਲ੍ਹ ਦੇ ਵਿੱਚ ਬੰਦ ਨਹੀਂ, ਸਾਡੇ ਦਿਮਾਗ ਵੀ ਖੁੱਲੇ ਆ, ਸਾਡੇ ਕੋਲ ਇੰਟਰਨੈਟ ਵੀ ਖੁੱਲਾ ਆ। ਇਸੇ ਕਰਕੇ ਅਸੀਂ ਵੀ ਇੱਕ ਲੜਾਈ ਛੇੜੀ ਬੈਠੇ ਹਾਂ, ਆਰ ਜਾਂ ਪਾਰ ਦੀ ਲੜਾਈ ਆਪਸ 'ਚ ਬਣਾਈ ਬੈਠੇ ਹਾਂ। ਹਰਿਆਣਾ, ਯੂਪੀ ਰਕੇਸ਼ ਟਕੈਤ ਦੇ ਮਗਰ ਖੜ ਗਿਆ ਤੇ ਅਸੀਂ ਆਪਸ ਦੇ ਵਿੱਚ ਇਸ ਤਰ੍ਹਾਂ ਦੀਆਂ ਵੰਡੀਆਂ ਪਾਈ ਖੜੇ ਹਾਂ ਕਿ ਸਾਨੂੰ ਆਪਸੀ ਲੜਾਈ ਤੋਂ ਵੇਲ ਨਹੀਂ। ਜਿਹੜੇ ਕਿਸਾਨ ਆਗੂ ਆ ਉਹ ਵੀ ਗਦਾਰੀਆਂ ਤੇ ਸਰਦਾਰੀਆਂ ਦੇ ਸਰਟੀਫਿਕੇਟ ਥੋਕ ਦੇ ਭਾਅ ਵੰਡ ਰਹੇ ਆ, ਤੇ ਦੂਜੇ ਪਾਸੇ ਜਿਹੜੇ ਸਰਗਰਮ ਲੋਕ ਸੋਸ਼ਲ ਮੀਡੀਆ ਦੇ ਉੱਤੇ ਆ, ਉਹਨਾਂ ਨੇ ਵੀ 10-10 ਪੋਸਟਾਂ ਦਿਹਾੜੀ ਦੇ ਵਿੱਚ ਇੱਕ ਦੂਜੇ ਦੇ ਵਿਰੋਧ 'ਚ ਪਾ ਰਹੇ ਆ। ਤੇ ਫਿਰ ਵੀ ਦਾਅਵਾ ਇੱਕੋ ਹੀ ਆ, ਕਿਸਾਨੀ ਸੰਘਰਸ਼ ਜਿੰਦਾਬਾਦ। ਕਿਸਾਨੀ ਸੰਘਰਸ਼ ਇੱਦਾਂ ਹੀ ਰਹੂਗਾ, ਅੱਗ ਦੇ ਉੱਤੇ ਤੇਲ ਪਾਈ ਜਾ ਰਹੀ ਆ। ਇਹ ਸਮਝ ਲਓ ਕਿ ਅੱਗ ਦੇ ਉੱਤੇ ਤੇਲ ਪਾਉਣ ਦਾ ਫਾਇਦਾ ਕਿਹਨੂੰ ਆ? ਸਰਕਾਰ ਦੇ ਨਾਲ ਗੱਲਬਾਤ ਕਰ ਰਹੇ ਆਗੂਆਂ ਦੀ ਕਰਤਾਰਕੁਸ਼ੀ ਜਿਹੜੀ ਕੀਤੀ ਜਾ ਰਹੀ ਆ, ਉਸ ਦੇ ਵਿੱਚ ਉਹਨਾਂ ਨੂੰ ਭਾਗਾਂ 'ਚ ਵੰਡਿਆ ਜਾ ਰਿਹਾ। ਦੱਸ ਦਵਾਂ ਕਿ ਕਿਸਾਨ
ਆਗੂਆਂ ਦੇ ਜਿਹੜੀ ਬਿਆਨਬਾਜ਼ੀ ਕੀਤੀ ਆ ਉਸ ਦੇ ਉੱਤੇ ਸਵਾਲ ਬਿਲਕੁਲ ਉਠਾਉਣਾ ਬਣਦਾ। ਰਜਿੰਦਰਦੀਪ ਸਿੰਘ ਵਾਲਾ ਦੇ ਵੱਲੋਂ ਜੋ ਲੱਖਾ ਸਿਧਾਣਾ ਦੀਪ ਸਿੱਧੂ ਬਾਬਤ ਕਿਹਾ ਗਿਆ, ਕੋਈ ਦੋਰਾਵਾ ਨਹੀਂ ਕਿ ਗਲਤ ਆ। ਪਰ ਇਸ ਵੇਲੇ ਜਿੱਥੇ ਅਸੀਂ ਆ ਕੇ ਖੜੇ ਆ, ਉਥੇ ਜੇ ਅਸੀਂ ਆਪਣੀ ਜਿਹੜੀ ਆ ਧਿਰ ਦੇ ਨਾਲ ਖੜੇ ਲੋਕਾਂ ਦੇ ਜਿਹੜੇ ਉਹ ਆਪ ਕਿਰਦਾਰਕੁਸ਼ੀ ਕਰਨ ਲੱਗ ਪਵਾਂਗੇ ਤੇ ਮੇਰੇ ਹਿਸਾਬ ਦੇ ਨਾਲ ਜੰਗ ਨਹੀਂ ਜਿੱਤੀ ਜਾਣੀ, ਤੁਹਾਡੇ ਹਿਸਾਬ ਦੇ ਨਾਲ ਜਿੱਤੀ ਜਾਣੀ ਆ। ਇਸ ਤਰ੍ਹਾਂ ਜਿੱਤ ਸਕਦੇ ਆ ਆਪਾਂ, ਤੇ ਜ਼ਰੂਰ ਜਾਰੀ ਰੱਖੋ, ਕਿਉਂਕਿ ਆਖਰਕਾਰ ਅਸੀਂ ਵੀ ਕਿਸਾਨਾਂ ਦੇ ਹਮਦਰਦ ਹਾਂ ਤੇ ਹਮਦਰਦ ਹੋਣ ਕਰਕੇ ਤੁਹਾਡੇ ਦਿਲ 'ਚ ਜੋ ਆਉਂਦਾ ਤੁਸੀਂ ਕਰੋ। ਪਰ ਇੰਨੀ ਗੱਲ ਯਾਦ ਰੱਖਿਓ ਕਿ ਇਸ ਪਾੜ ਦੇ ਵਿੱਚੋਂ ਫਾਇਦਾ ਸਰਕਾਰ ਲਊਗੀ। ਏਜੰਸੀਆਂ ਦੇ ਏਜੰਸੀਆਂ ਦੇ ਮੋਹਰੇ ਬਣਾ ਕੇ ਜਿਹੜੇ ਲੋਕ ਬੈਠੇ IT ਸੈੱਲ ਵਾਲੇ, ਉਹ ਫੇਕ ਪੋਸਟਾਂ ਜਿਹੜੀਆਂ ਉਹ ਪਾ ਕੇ ਤੁਹਾਡੇ ਵਿੱਚ ਸਿੱਟਣਗੇ, ਪਾੜ ਨੂੰ ਵਧਾਉਣਗੇ। ਕੋਸ਼ਿਸ਼ ਕਰਕੇ ਵੇਖੋ, ਮਿਟਾ ਸਕਦੇ ਆ ਪਰ ਮਿਟਦਾ ਨਹੀਂ ਹੁੰਦਾ, ਕਿਉਂਕਿ ਇਹ ਸਾਡੀ ਫਿਤਰਤ ਆ। ਅਸੀਂ ਜਿਹੜਾ ਮੰਨਦੇ ਅਸੀਂ ਸ਼ਬਦ ਗੁਰੂ ਨੂੰ ਆ ਕਿ ਸਾਡਾ ਸ਼ਬਦ ਗੁਰੂ ਆ, ਪਰ ਉਸੇ ਸ਼ਬਦ ਗੁਰੂ ਦੇ ਨਾਮ ਦੇ ਉੱਤੇ ਅਸੀਂ ਜਿਹੜਾ ਉਹ ਸ਼ਬਦ ਗੁਰੂ ਜਿਹਨੂੰ ਅਸੀਂ ਮੰਨਦੇ ਆ, ਪਰ ਉਹ ਜਿਹੜਾ ਸਭ ਤੋਂ ਜ਼ਿਆਦਾ ਲਿਖਣ ਦੇ ਵਿੱਚ ਵੀ ਗਾਲਾਂ ਵਰਤਦੇ ਆ, ਅਸੀਂ ਕਿਰਦਾਰਕੁਸ਼ੀ ਕਰਨ ਲਈ ਵੀ ਵਰਤਦੇ ਆ। ਕੋਸ਼ਿਸ਼ ਕਰ, ਕਿਸਾਨ ਆਗੂ ਵੀ ਕੋਈ ਛੋਟਾ ਨਹੀਂ ਹੋ ਜਾਂਦਾ। ਤਲਖੀ ਦੇ ਵਿੱਚ ਨਿਕਲੀਆਂ ਗੱਲਾਂ ਦੇ ਉੱਤੇ 2 ਕਦਮ ਪਿੱਛੇ ਹਟ ਕੇ ਮੁਆਫੀ ਮੰਗ ਕੇ ਗੱਲ ਨੂੰ ਨਿਬੇੜਿਆ ਜਾ ਸਕਦਾ ਤਾਂ ਨਿਬੇੜ ਲੈਣਾ ਚਾਹੀਦਾ। ਕੋਈ ਛੋਟਾ ਨਹੀਂ ਹੋ ਜਾਣਾ, ਕਿਉਂਕਿ ਕਿਸਾਨੀ ਸੰਘਰਸ਼ ਇਸ ਵਾਰ ਲੜਾਈ ਆਰ ਜਾਂ ਪਾਰ ਦੀ ਆ। ਜੱਟਾ ਤਕੜਾ ਹੋ ਜਾ, ਜੇਲ੍ਹ ਦੀ ਵਿੱਚੋਂ ਇਹ ਆਵਾਜ਼ ਜਿਹੜੀ ਆਈ ਆ ਉਹੀ ਸੁਣ ਕੇ ਤਕੜੇ ਹੋ ਕੇ ਇਕੱਠੇ ਹੋ ਕੇ ਲੜ ਲਓ। ਇਹ ਲੜਾਈ ਸਾਡੀ ਜਿਹੜੀ ਆ ਅਗਲੀਆਂ ਨਸਲਾਂ ਦੀ ਲੜਾਈ ਆ, ਇਹ ਸਮਝ ਕੇ ਲੜ ਲਓ। ਆਪਸੀ ਲੜਾਈ ਜਿਹੜੀ ਆ ਉਹ ਕਿਤੇ ਫਿਰ ਨਹੀਂ ਠਲਵਾਂਗੇ। ਪਰ ਗੱਲ ਇਸ ਤਰ੍ਹਾਂ ਕਦੀ ਅੱਜ ਤੱਕ ਮੁੱਕੀ ਨਹੀਂ। ਕੋਈ ਕਿਸੇ ਗਰੀਬ ਜਿਹੇ ਪੱਤਰਕਾਰ ਦੇ ਕਹੇ ਤੇ ਜਾਂ ਜੋ ਪੇਸ਼ਕਾਰੀ ਕਰਨੇ ਵਾਲਾ ਕੁਝ ਕਹਿਣੇ ਵਾਲਾ ਉਹਦੇ ਕਿਹਾ ਕਿ ਅੱਜ ਤੱਕ ਦੀ ਨਿਬੜੀ ਨਹੀਂ। ਹਾਂ, ਸਵਾਲ ਉਹਦੇ ਉੱਤੇ ਜ਼ਰੂਰ ਉੱਠਣ ਲੱਗ ਪੈਣਗੇ ਕਿ ਇਹ ਫਲਾਨੀ ਧਿਰ ਦਾ ਬੰਦਾ। ਕੋਈ ਵੀ ਜਿਹੜਾ ਫਿਰ ਵੀ ਤੁਸੀਂ ਤਗਮਾ ਦੇਣਾ ਚਾਹੋ, ਨਵਾਜ਼ਿਸ਼ ਹੈ, ਠੀਕ ਹੈ ਜੀ। ਅੱਗੇ ਲੜਕੀ ਸੀ ਨਵਦੀਪ ਕੌਰ, 23 ਸਾਲਾ, ਮੁਕਤਸਰ ਦੀ। 23 ਸਾਲਾ ਲੜਕੀ ਦੀ ਪਹਿਲਾਂ ਜਜ਼ਬਾ ਆਇਆ ਹੈ ਕਿ ਲੜਕੀ ਆਰਥਿਕ ਹਾਲਤ ਨਾ ਠੀਕ ਹੋਣ ਕਰਕੇ ਦਿੱਲੀ ਦੇ ਵਿੱਚ ਆ ਕੇ ਕੰਮ ਕਰਦੀ ਸੀ। ਜਦੋਂ ਉਹਦੇ ਪੇ ਦੇ ਉੱਤੇ ਪੈਸੇ ਜਿਹੜੇ ਨਾਮ ਦੇਣ ਦੇ ਉੱਤੇ ਨਾ ਦਿੱਤੇ ਗਏ ਤਾਂ ਉਸ ਵੇਲੇ ਮਜ਼ਦੂਰ ਅਧਿਕਾਰ ਸੰਗਠਨ ਦੇ ਨਾਲ ਜੁੜ ਕੇ ਲੜਾਈ ਵੱਲੋਂ ਕੁੜੀ ਵੱਲੋਂ ਇੱਕ ਲੜਾਈ ਲੜੀ ਗਈ ਤੇ ਉਸ ਵੇਲੇ ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ। 12 ਜਨਵਰੀ ਨੂੰ ਜਿਹੜਾ ਉਹ ਸੰਘਰਸ਼ ਦੇ ਬਿਲਕੁਲ ਕੋਲ ਹੀ ਉੱਥੇ ਕੁੱਟਿਆ ਜਾਂਦਾ। ਤੇ ਇੱਕ ਰਿਪੋਰਟ ਹੁਣ ਇਹ ਸਾਹਮਣੇ ਆਈ ਆ, ਲੜਕੀ ਦੀ ਭੈਣ ਨੇ ਇੰਟਰਵਿਊ ਕੀਤੀ ਆ, ਉਸ ਦੇ ਵਿੱਚ ਉਸਨੇ ਦੱਸਿਆ ਕਿ ਲੜਕੀ ਦੇ ਪ੍ਰਾਈਵੇਟ ਪਾਰਟਸ ਦੇ ਉੱਤੇ ਵੀ ਸੱਟਾਂ ਨੇ। ਇਹ ਦਿੱਲੀ ਪੁਲਿਸ ਦਾ ਇੱਕ ਅਣਮਨੁੱਖੀ ਚਿਹਰਾ ਇੱਕ ਵਾਰੀ ਫਿਰ ਸਾਹਮਣੇ ਆ ਗਿਆ। ਸੋਨੀਪਤ ਅਦਾਲਤ ਦੇ ਵੱਲੋਂ ਇਹ ਜਿਹੜੀ ਕਰ ਦਿੱਤੀ ਗਈ ਆ, ਇੱਕ ਜਿਹੜੀ ਪਟੀਸ਼ਨ ਪਾਈ ਗਈ ਸੀ, ਉਸ ਤੇ ਫੈਸਲਾ ਕਰ ਦਿੱਤਾ ਗਿਆ ਕਿ ਲੜਕੀ ਦਾ ਜਲਦੀ ਤੋਂ ਜਲਦੀ ਮੈਡੀਕਲ ਹੋਵੇ। ਧਾਰਾ 307 ਦਾ ਪਰਚਾ ਪਾ ਦਿੱਤਾ ਗਿਆ ਤੇ ਨਾਲ ਕਿਹਾ ਗਿਆ ਕਿ 23 ਸਾਲਾ ਇੱਕ ਲੜਕੀ ਦੇ ਵੱਲੋਂ ਪੁਲਿਸ ਦੇ ਉੱਤੇ ਹਮਲਾ ਕਰ ਦਿੱਤਾ ਗਿਆ। ਸੋਚ ਕੇ ਵੇਖੋ, 23 ਸਾਲਾ ਲੜਕੀ ਹੱਟੇ ਕੱਟੇ ਪੁਲਿਸ ਵਾਲਿਆਂ ਦੇ ਉੱਤੇ ਹਮਲਾ ਕਰਦੀ ਆ, ਪੁਲਿਸ ਵਾਲਿਆਂ ਦੇ ਕੋਲ ਡਾਂਗਾ ਆ, ਲੜਕੀ ਨੇ ਹੱਥੀ ਹਮਲਾ ਕਰ ਦਿੰਦੀ ਆ। ਇਹ ਪੁਲਿਸ ਦੀ FIR ਆ। ਇਹਨੂੰ ਸਾਬਤ ਕਰ ਸਕੇਗੀ ਕਿ ਨਹੀਂ ਕਰ ਸਕੇਗੀ, ਪਰ ਇਸ ਵਕਤ ਕੁੜੀ ਜੇਲ੍ਹ ਦੇ ਵਿੱਚ ਆ। ਜੇਲ੍ਹ ਦੇ ਵਿੱਚ ਕੁੜੀ ਦੇ ਨਾਲ ਅਣਮਨੁੱਖੀ ਜਿਹੜਾ ਇਹ ਸਾਰਾ ਕੁਝ ਕੀਤਾ ਗਿਆ। ਇਹ ਲਗਾਤਾਰ ਇਹੋ ਜਿਹੀਆਂ ਰਿਪੋਰਟਾਂ ਆ ਰਹੀਆਂ ਪਿਛਲੇ ਦਿਨਾਂ ਤੋਂ। ਪਰਮਜੀਤ ਸਿੰਘ ਦੇ ਉੱਤੇ ਵੀ ਇਸ ਤਰ੍ਹਾਂ ਦੀ ਜਿਹੜੀ ਕੀਤੀ ਗਈ, ਉਹਨੂੰ ਪਿਛਲੇ ਦਿਨੀ ਜਿਹੜਾ ਕੁੰਡਲੀ ਸਿੰਘੂ ਬਾਰਡਰ ਦੀ ਹੱਦ ਤੋਂ ਮੋਮਬੱਤੀਆਂ ਲੈਣ ਗਏ ਨੂੰ ਚੱਕਿਆ ਗਿਆ ਸੀ। ਪਰਮਜੀਤ ਸਿੰਘ ਚੇਤੂ ਨਾਮ ਉਸਦਾ ਘਰ ਵਾਲਾ, ਪੁਲਿਸ ਦੇ ਵੱਲੋਂ ਕੁੱਟਮਾਰ ਕੀਤੀ ਗਈ ਤੇ ਉਸ ਦੇ ਵੱਲੋਂ ਜੋ ਇਨਕਸ਼ਾਫ ਕੀਤਾ ਗਿਆ, ਇੱਕ ਖੁਲਾਸਾ ਕੀਤਾ ਗਿਆ ਕਿ ਇੱਕ ਹੋਰ ਬਜ਼ੁਰਗ ਹੈ ਜਿਹੜਾ ਉਸ ਨੂੰ ਵੀ ਲਗਾਤਾਰ ਕੁੱਟਿਆ ਗਿਆ ਤੇ ਉਸ ਦੇ ਨਾਲ ਅਣਮਨੁੱਖੀ ਕਾਰਾ ਤੱਕ ਅੰਦਰ ਹਵਾਲਾਤ ਦੇ ਵਿੱਚ ਕੀਤਾ ਗਿਆ। ਇਹ ਜਿਹੜੀ ਇਹ ਵੀ ਰਿਪੋਰਟ ਜਿਹੜੀ ਆ ਦਿਲ ਦਹਿਲਾਉਣ ਵਾਲੀ ਸਾਹਮਣੇ ਆਈ ਆ। ਲਗਾਤਾਰ ਦਿੱਲੀ ਪੁਲਿਸ ਦੇ ਉੱਤੇ ਲਗਾਤਾਰ ਇਹ ਸਵਾਲ ਉੱਠ ਰਹੇ ਆ। 25 ਵਿਅਕਤੀ ਹਜੇ ਤੱਕ ਵੀ ਲਾਪਤਾ ਨੇ, ਜਿਨ੍ਹਾਂ ਦਾ ਕੋਈ ਪਤਾ ਨਹੀਂ ਉਹ ਕਿੱਥੇ ਨੇ।
ਜਿਹੜੀ ਸਟੇਜ ਆ, ਜਿਹੜੀ ਕਮੇਟੀ ਕਿਸਾਨਾਂ ਦੀ, ਉਸ ਦੇ ਪਿੱਛੇ ਇੱਕ ਸਟੇਜ ਲੱਗੀ ਆ, ਉਸ ਦੇ ਉੱਤੋਂ ਅਜੇ ਬਿਆਨ ਜਾਰੀ ਹੋਇਆ ਕਿ 25 ਵਿਅਕਤੀਆਂ ਬਾਰੇ ਹਜੇ ਤੱਕ ਵੀ ਨਹੀਂ ਪਤਾ ਲੱਗ ਸਕਿਆ। ਇਸ ਸਭ ਕਾਸੇ ਦੇ ਦੌਰਾਨ ਨਰਿੰਦਰ ਤੋਮਰ ਹੁਣਾਂ ਨੇ ਕੱਲ ਫਿਰ ਇੱਕ ਕੁਫਰ ਤੋਲਿਆ ਜਿਹੜੀ ਰਾਜ ਸਭਾ ਦੇ ਵਿੱਚ। ਉਹ ਕਹਿੰਦੇ ਕਿ ਕਿਸਾਨਾਂ ਨੂੰ ਅਸੀਂ ਕਲੌਜ਼ ਬਾਈ ਕਲੌਜ਼ ਪੁੱਛੀ ਗਏ ਆ ਕਿ ਖਾਮੀਆਂ ਦੱਸ ਦਿਓ। ਉਹ ਕਹਿੰਦੇ ਕਿ ਮੈਂ ਬਹੁਤ ਲੋਕਾਂ ਨੂੰ ਪੁੱਛ ਹਟਿਆ ਵੀ ਕਾਲਾ ਇਹਦੇ ਚ ਕੀ ਆ, ਕਹਿੰਦੇ ਸਾਨੂੰ ਲੱਭਿਆ ਨਹੀਂ। ਦੂਜੇ ਪਾਸੇ ਕਿਸਾਨ ਆਗੂ ਜਿਹੜੇ ਆ ਉਹ ਲਗਾਤਾਰ ਕਹਿੰਦੇ ਰਹੇ ਆ ਕਿ ਅਸੀਂ ਸਾਰਾ ਕੁਝ ਬਹੁਤ ਵਾਰੀ ਦੱਸ ਕੇ ਵੀ ਤੁਰ ਦੱਸ ਹਟੇ ਆ, ਪਰ ਗੱਲ ਫਿਰ ਉੱਥੋਂ ਹੀ ਤੁਰ ਪੈਂਦੀ ਆ, ਆਪਾਂ ਕਲੌਜ਼ ਬਾਈ ਕਲੌਜ਼ ਗੱਲ ਕਰ ਲਈਏ। ਉਹੀ ਗੱਲ ਮੁੜ ਕੇ ਦੁਹਰਾਤੀ ਗਈ। ਪ੍ਰਤਾਪ ਸਿੰਘ ਬਾਜਵਾ ਹੁਣੀ ਵੀ ਤਕਰੀਰ ਕੀਤੀ ਅੰਦਰ, ਤੇ ਉਹਨਾਂ ਨੇ ਵੀ ਪੂਰੀ ਤਾਣ ਲਾ ਕੇ ਜਿਹੜਾ ਕਿਸਾਨਾਂ ਦੇ ਹੱਕ ਦੇ ਵਿੱਚ ਅੰਦਰ ਭੁਗਤੇ ਨੇ। ਦੂਜੇ ਪਾਸੇ ਤੋਮਰ ਜਿਹੜੇ ਨੇ ਉਹਨਾਂ ਦੇ ਵਿਰੁੱਧ ਇੱਕ ਬਿਆਨ ਆਰਐਸਐਸ ਦੇ ਵੱਲੋਂ ਹੀ ਕੀਤਾ ਗਿਆ। ਆਰਐਸ ਦੇ ਰਘੁਨੰਦਨ ਸ਼ਰਮਾ ਨੇ ਕਿਹਾ ਕਿ ਨਰਿੰਦਰ ਤੋਮਰ ਨੂੰ ਸੱਤਾ ਦਾ ਨਸ਼ਾ ਚੜਿਆ ਹੋਇਆ। ਆਰਐਸਐਸ ਦੇ ਲੋਕ ਨੇ, ਜੇਕਰ ਲੋਕ ਸਹਾਇਤਾ ਨਹੀਂ ਲੈਣਾ ਚਾਹੁੰਦੇ ਤੇ ਕਿਉਂ ਇਹ ਧੱਕੇ ਨਾਲ ਦਿੱਤੀ ਜਾ ਰਹੀ ਹੈ? ਕਿਸਾਨਾਂ ਦੀ ਗੱਲ ਕਰ ਰਹੇ ਆ। ਆਰਐਸਐਸ ਦੇ ਵਿੱਚੋਂ ਵੀ ਬਹੁਤ ਸਾਰੇ ਸਵਾਲ ਉੱਠ ਰਹੇ ਆ। ਨਰਿੰਦਰ ਮੋਦੀ ਤੇ ਅਮਿਤ ਸ਼ਾਹ ਉਹਨਾਂ ਦੀ ਕਾਰਜਸ਼ੈਲੀ ਕਰਕੇ ਬਹੁਤ ਸਾਰੇ ਅੱਗੇ ਵੀ ਇਹ ਰਿਪੋਰਟਾਂ ਆਉਂਦੀਆਂ ਰਹੀਆਂ ਕਿ ਭਾਜਪਾ ਦੇ ਅੰਦਰ ਵੀ ਇਹ ਬਹੁਤ ਸਾਰਾ ਜਿਹੜਾ ਇਹ ਵਿਰੋਧ ਹੈ ਜਿਹੜਾ ਉਹ ਪਣਪ ਰਿਹਾ ਕਿ ਕਿਉਂ ਅਸੀਂ ਪੂਰੇ ਦੇਸ਼ ਦੇ ਕਿਸਾਨਾਂ ਨੂੰ ਆਪਣੇ ਵਿਰੁੱਧ ਕਰ ਰਹੇ ਹਾਂ। ਤੇ ਇਸ ਦੇ ਵਿੱਚ ਹੀ ਅੱਜ ਪੰਜਾਬ ਦੇ ਵਿੱਚ 400 ਜਗ੍ਹਾ ਜਿਹੜੀ ਬੰਦ ਚੱਕਾ ਜਾਮ ਰਿਹਾ, ਚੱਕਾ ਜਾਮ ਕੀਤਾ ਗਿਆ। ਹਰਿਆਣੇ ਦੀਆਂ ਖਾਪ ਪੰਚਾਇਤਾਂ ਨੇ ਕਿਸਾਨ ਮਜ਼ਦੂਰਾਂ ਦੀਆਂ ਸੰਘਰਸ਼ ਕਮੇਟੀਆਂ ਦੇ ਨਾਲ ਜਾ ਕੇ ਆਵਾਜਾਈ 1 ਤੋਂ 3 ਜਿਹੜੀ ਆ ਉਹ ਕੀਤੀ ਆ। ਸੋ ਨਾਲ ਦੀ ਨਾਲ ਰਕੇਸ਼ ਟਕੈਤ ਉਹਨਾਂ ਨੇ ਇੱਕ ਅਲਟੀਮੇਟਮ ਵੀ ਦੇ ਦਿੱਤਾ। ਅਲਟੀਮੇਟਮ ਲੰਬਾ ਬਹੁਤ ਦੇ ਦਿੱਤਾ ਤੇ ਉਹ ਕਹਿੰਦੇ ਆ ਕਿ 2 ਅਕਤੂਬਰ ਤੱਕ ਦਾ ਅਲਟੀਮੇਟਮ। ਏਡਾ ਲੰਮਾ ਸਮਾਂ ਕਿਸਾਨ ਲਗਾਤਾਰ ਬੈਠੇ ਰਹਿ ਸਕਣਗੇ ਉੱਥੇ। ਲਗਾਤਾਰ 2 ਅਕਤੂਬਰ ਤੱਕ ਦਾ ਜੇ ਆਪਾਂ ਅਲਟੀਮੇਟਮ ਦੇ ਦਿੰਦੇ ਆ ਕਿ ਅਸੀਂ ਕਹਿ ਦਈਏ ਕਿ ਇਹ ਅਲਟੀਮੇਟਮ ਆ ਤੁਹਾਨੂੰ, ਇਹ ਅਲਟੀਮੇਟਮ ਐਡਾ ਲੰਬਾ, ਇੰਨਾ ਸਮਾਂ ਜਿਹੜਾ ਇਹਦੇ ਉੱਤੇ ਅਗਲੇ ਦਿਨਾਂ ਦੇ ਵਿੱਚ ਕਿਸਾਨ ਆਗੂਆਂ ਦਾ ਕੀ ਕਹਿਣਾ, ਉਸ ਤੇ ਵੀ ਸਵਾਲ ਹੋਣਗੇ। ਨਾਲ ਦੀ ਨਾਲ ਗੋਦੀ ਤੇ ਬੋਦੀ ਮੀਡੀਆ ਦੇ ਵਿੱਚ ਇੱਕ ਗੋਦੀ ਮੀਡੀਆ ਨੇ ਇੱਕ ਰਿਪੋਰਟ ਜਾਰੀ ਕੀਤੀ ਕੱਲ। ਐਂਕਰ ਨੇ ਜਾਂਦਾ ਉਹ ਵੀ ਦੱਸ ਦਵਾਂ। ਐਂਕਰ ਸਾਹਿਬ ਸਾਫ਼ ਕਿਸਾਨ ਦੇ ਨਾਲ ਕਦੀ ਅੱਜ ਤਾਈਂ ਖੜੇ ਨਹੀਂ, ਸਿੱਧਾ ਸਰਕਾਰ ਦੇ ਨਾਲ ਖੜਦੇ ਰਹੇ ਨੇ। ਉਹਨਾਂ ਦਾ ਇੱਕ ਉਹ ਕਹਿੰਦੇ ਕਿ ਅੰਤਰਰਾਸ਼ਟਰੀ ਸਾਜ਼ਿਸ਼ ਉਹਨਾਂ ਨੇ ਖੁਲਾਸਾ ਕੀਤਾ। ਖੁਲਾਸੇ ਤੁਹਾਨੂੰ ਦੱਸਿਆ ਕਿ ਲਗਾਤਾਰ ਖੁਲਾਸੇ ਹੋ ਰਹੇ ਆ। ਖੁਲਾਸਾ ਇਹ ਉਹਨਾਂ ਨੇ ਕੀਤਾ, ਉਹ ਕਹਿੰਦੇ ਕਿ ਜੇ ਮੰਨ ਲਓ ਖੇਤੀ ਕਾਨੂੰਨ ਵਾਪਸ ਲੈ ਲੈਣੇ ਮੋਦੀ ਸਰਕਾਰ, ਮੋਦੀ ਸਾਹਿਬ ਕਾਨੂੰਨ ਵਾਪਸ ਲੈ ਲੈਂਦੇ ਆ ਤੇ ਧਰਨਾ ਨਹੀਂ ਚੱਕਿਆ ਜਾਣਾ। ਉਹ ਕਹਿੰਦੇ ਕਿ ਅੱਗੇ ਉਹ ਕਹਿਣਗੇ ਕਿ ਅਰਬਨ ਨਕਸਲ ਜਿਹਨਾਂ ਨੂੰ ਉਹ ਨਾਮ ਦਿੰਦਾ ਪੱਤਰਕਾਰ, ਉਹ ਕਹਿੰਦਾ ਕਿ ਉਹਨਾਂ ਨੂੰ ਪਹਿਲਾਂ ਜਿਹੜੇ ਵਿਅਕਤੀ ਆ, ਜਿਹੜੇ ਸਮਾਜਿਕ ਕਾਰਕੁਨ ਆ, ਜਿਹੜੇ ਬੁੱਧੀਜੀਵੀ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ, ਉਹਨਾਂ ਦੀ ਰਿਹਾਈ ਦੀ ਮੰਗ ਰੱਖਤੀ ਜਾਵੇਗੀ। ਉਸ ਤੋਂ ਅੱਗੇ ਕਹਿੰਦਾ ਸ਼ਾਇਦ ਅਗਲਾ ਜੇ ਮੰਨ ਲਓ ਉਹ ਵੀ ਮੰਨ ਲੈਂਦੇ ਆ ਤੇ ਅੱਗੇ ਸ਼ਾਇਦ ਕਹਿਣਗੇ ਕਿ CAA ਕਾਨੂੰਨ ਹੈ ਜਿਹੜਾ ਉਹ ਰੱਦ ਕਰ ਦਿਓ ਤੇ ਦਿੱਲੀ ਦੰਗਿਆਂ ਦੇ ਦੌਰਾਨ ਇੱਕ ਖਾਸ ਭਾਈਚਾਰੇ ਦੇ ਉੱਤੇ ਜਿਹੜੇ ਪਰਚੇ ਦਰਜ ਹੋਏ ਉਹ ਵੀ ਰੱਦ ਕਰੋ। ਉਹ ਕਹਿੰਦਾ ਮੰਨ ਲਓ ਇਹ ਵੀ ਕਰ ਦਿੰਦੀ ਸਰਕਾਰ। ਦੇਖੋ ਸਰਕਾਰ ਦੀ ਕਿੰਨੀ ਫਰਾਕਦਰੀ ਆ ਕਿ ਗੱਲੀ ਬਾਤੀ ਸਾਰਾ ਕੁਝ ਕਰ ਰਹੀ ਆ ਸਰਕਾਰ। ਅੱਗੇ ਉਹ ਕਹਿੰਦੇ ਕਿ ਜਵਾਬ ਅੱਗੇ ਹੋ ਸਕਦਾ ਤੁਰੰਤ, ਕਿ ਅਗਲੀ ਮੰਗ ਜਿਹੜੀ ਤੁਰੰਤ ਆ ਸਕਦੀ ਆ। ਉਹ ਕਹਿੰਦੇ ਕਿ ਧਾਰਾ 370 ਜਿਹੜੀ ਆ ਜੰਮੂ ਕਸ਼ਮੀਰ ਵਾਲੀ ਉਹ ਵਾਪਸ ਕਰੋ। ਕਿਸਾਨ ਮੰਗਣਗੇ ਇਹ ਗੱਲਾਂ, ਉਹਨਾਂ ਤੇ ਧਰਨਾ ਨਹੀਂ ਚੱਕਣਗੇ। ਮੰਨ ਲਓ ਕਹਿੰਦੇ ਕਿ ਇਹ ਵੀ ਮੰਨ ਗਈ ਸਰਕਾਰ। ਦੇਖੋ ਫਰਾਕ ਦੇ ਲਈ ਦੇਖੋ ਪੱਤਰਕਾਰ ਦੀ ਕਿ ਇਹ ਸਾਰਾ ਕੁਝ ਮਨਾ ਰਿਹਾ, ਖੇਤੀ ਕਾਨੂੰਨ ਤੋਂ ਸ਼ੁਰੂ ਹੋ ਕੇ ਧਾਰਾ 370 ਤੱਕ ਆ ਗਿਆ। ਤੇ ਅੱਗੇ ਵੀ ਸੁਣ ਲਓ, ਉਹ ਕਹਿੰਦਾ ਕਿ ਧਾਰਾ 370 ਵੀ ਮੰਨ ਲਈ ਤੇ ਅੱਗੇ ਅਸੀਂ ਕਿਸਾਨ ਕਹਿਣਗੇ ਸਾਨੂੰ ਖਾਲਿਸਤਾਨ ਚਾਹੀਦਾ ਪੰਜਾਬ। ਪੱਤਰਕਾਰ ਦੀ ਫਰਾਕ ਦਿਲੀ ਇੱਥੇ ਤੱਕ ਵੱਧ ਗਈ ਕਿ ਉਹ ਕਹਿੰਦਾ ਕਿ ਮੋਦੀ ਸਰਕਾਰ ਖਾਲਿਸਤਾਨ ਦੇਣ ਨੂੰ ਵੀ ਮੰਨ ਗਈ ਤੇ ਅੱਗੇ ਕਹਿਣਗੇ ਕਿ ਮੋਦੀ ਸਰਕਾਰ ਅਸਤੀਫਾ ਦੇਵੇ ਤਾਂ ਅਸੀਂ ਧਰਨਾ ਚੱਕਣਾ, ਜਿੱਥੋਂ ਅਸਲ ਕੁੰਡੀ ਆ। ਕਿਉਂਕਿ ਇਹ ਸਾਰਾ ਕੁਝ ਜਿਹੜਾ ਤਾਮਝਾਮ ਪੱਤਰਕਾਰੀ ਚੱਲ ਰਹੀ ਉਹ ਇਸੇ ਕਰਕੇ ਚੱਲ ਰਹੀ ਕਿ ਮੋਦੀ ਸਰਕਾਰ ਆ। ਕਿਉਂਕਿ ਜਿਹੜਾ ਮੰਗਾਂ ਦਾ ਕੀ ਆ, ਮੰਗਾਂ ਤਾਂ ਇਹ ਵੀ ਕਹਿਤੀਆਂ ਜਾਣਗੀਆਂ ਕਿ
ਜੇ ਫਰਾਕ ਦੇ ਲਈ ਤੇ ਆ ਗਿਆ ਕਿ ਮੰਨ ਲਓ ਇਹ ਵੀ ਮੰਨ ਲਈ ਤੇ ਕਹਿਣਗੇ ਕਿ ਅਸੀਂ ਧਰਨਾ ਉਹਨਾਂ ਚਿਰ ਨਹੀਂ ਚੱਕਣਾ ਜਿੰਨਾ ਚਿਰ ਜੋ ਬਾਈਡਨ ਅਸਤੀਫਾ ਨਹੀਂ ਦੇ ਦਿੰਦਾ, ਟਰੰਪ ਮੁੜ ਕੇ ਨਹੀਂ ਆ ਜਾਂਦਾ, ਜਾਂ ਹੋਰ ਵੱਡੀਆਂ ਵੱਡੀਆਂ ਮੰਗਾਂ ਕਿ ਜਿੰਨਾ ਚਿਰ ਜਿਹੜਾ ਉਹ ਸੰਯੁਕਤ ਰਾਸ਼ਟਰ ਹੈ ਜਿਹੜਾ ਉਹ ਐਲਾਨ ਨਹੀਂ ਕਰ ਦਿੰਦਾ ਕਿ ਭਾਰਤ ਤੋਂ ਲੈ ਕੇ ਤੇ ਅਮਰੀਕਾ ਤੱਕ ਦਾ ਸਾਰਾ ਰਸਤਾ ਜਿਹੜਾ ਉਹ ਖਾਲਿਸਤਾਨ ਆ, ਉਹਨਾਂ ਚਿਰ ਅਸੀਂ ਧਰਨਾ ਨਹੀਂ ਚੱਕਣਾ। ਜੋ ਮਰਜ਼ੀ ਖਿਆਲੀ ਪਲਾਓ ਬਣਾਈ ਜਾਓ, ਖੇਤੀ ਕਾਨੂੰਨ ਤੋਂ ਸ਼ੁਰੂ ਹੋ ਕੇ ਇਹ ਵਿਅਕਤੀ ਖਾਲਿਸਤਾਨ ਸਾਰਾ ਕੁਝ ਮੰਗ ਦੇਈ ਜਾਂਦਾ। ਇਹ ਪੱਤਰਕਾਰੀ ਆ, ਇਹ ਅਸਲ ਦੇ ਵਿੱਚ ਇੱਕ ਕਿਸੇ ਵਿਅਕਤੀ ਦਾ ਬਿਆਨ ਕਿਸੇ ਨੂੰ ਫੜਨਾ ਹੁੰਦਾ। ਖਾਲਿਸਤਾਨ ਦੀ ਗੱਲ ਲਗਾਤਾਰ ਜਿਹੜੀ ਇਹ ਮੀਡੀਆ ਕਰ ਰਿਹਾ, ਇਹਨੂੰ ਵੀ ਸੂਟ ਬੈਠਦੀ ਆ, ਇਸ ਕਰਕੇ ਕਿਉਂਕਿ ਲੋਕਾਂ ਦੇ ਮਨਾਂ ਦੇ ਵਿੱਚ ਇਹ ਭੜਕਾਇਆ ਜਾਂਦਾ ਲੋਕਾਂ ਨੂੰ ਕਿ ਇਹ ਕਿਸਾਨ ਨਹੀਂ। ਜਦੋਂ ਦਿੱਲੀ ਜਿਹੜੀ ਆ ਪੁਲਿਸ ਆ ਉਹ ਪਰਮਜੀਤ ਸਿੰਘ ਉੱਤੇ ਡਾਂਗਾ ਭਰਾ ਰਹੀ ਸੀ ਤਾਂ ਉਹ ਵੀ ਇਹ ਕਹਿੰਦੀ ਸੀ ਕਿ ਤੁਸੀਂ ਇਹ ਖੇਤੀ ਕਾਨੂੰਨ ਰੱਦ ਕਰਾਉਣ ਨਹੀਂ ਆਏ, ਤੁਸੀਂ ਖਾਲਿਸਤਾਨ ਲੈਣ ਆਏ ਆ। ਦਿੱਲੀ ਪੁਲਿਸ ਦੇ ਸਿਪਾਹੀ ਤੱਕ ਇਹ ਗੱਲ ਕਹਿ ਰਹੇ ਆ। ਉਹਨਾਂ ਦਿਮਾਗਾਂ ਦੇ ਵਿੱਚ ਇਸ ਤਰ੍ਹਾਂ ਦੀ ਗੋਦੀ ਮੀਡੀਆ ਦੀ ਪੱਤਰਕਾਰੀ ਜਿਹੜੀ ਆ ਉਹ ਦਿਮਾਗਾਂ ਦੇ ਵਿੱਚ ਘਰ ਕਰ ਰਹੀ ਮਾਨਸਿਕਤਾ ਨੂੰ ਸਮਝੋ। ਇਸੇ ਕਰਕੇ ਕੁਝ ਲੋਕ ਕਹਿ ਰਹੇ ਸੀ ਕਿ ਜੇ ਆਪਾਂ ਲਾਲ ਕਿਲੇ ਦੇ ਉੱਤੇ ਜਿਹੜਾ ਆਪਣਾ ਕੇਸਰੀ ਨਿਸ਼ਾਨ ਸਾਹਿਬ ਝੁਲਾ ਦਿੱਤਾ ਤੇ ਉਸ ਤੋਂ ਬਾਅਦ ਇਹ ਸਾਰਾ ਕੁਝ ਗੋਦੀ ਮੀਡੀਆ ਦਾ ਪ੍ਰੋਪੋਗੰਡਾ ਜਿਹੜਾ ਉਹਨੂੰ ਬਲ ਮਿਲੇਗਾ। ਜਿਹੜਾ ਨਿਸ਼ਾਨ ਸਾਹਿਬ ਆ ਉਹ ਸਾਡੀ ਪਹਿਚਾਣ ਆ, ਉਹ ਕਿਸੇ ਨੂੰ ਵੀ ਚਲਾਉਣ ਤੇ ਤੰਗੀ ਨਹੀਂ ਹੋ ਸਕਦੀ, ਪਰ ਗੋਦੀ ਮੀਡੀਆ ਨੂੰ ਇੱਕ ਪ੍ਰੋਪੋਗੰਡਾ ਜਿਹੜਾ ਉਸਨੇ ਕਰਨਾ ਸੀ ਉਹ ਉਹਦੇ ਹੱਥ 'ਚ ਆਇਆ। ਜਿਸ ਪੀਕ ਤੋਂ ਅੰਦੋਲਨ ਥੱਲੇ ਆਇਆ ਉਸ ਤੇ ਮੁੜ ਕੇ ਜਾਵੇਗਾ ਕਿ ਨਹੀਂ, ਇਹ ਵੀ ਸਵਾਲ ਆ। ਤੇ ਇੱਥੇ ਤੱਕ ਕਿ ਹੁਣ ਤਾਂ ਦੀਪ ਸਿੱਧੂ ਵੀ ਆਪਣੇ ਲਾਈਵ 'ਚ ਕਹਿ ਚੁੱਕੇ ਆ, ਜਿਨ੍ਹਾਂ ਨੇ ਜਾ ਕੇ ਝੰਡਾ ਚੁਰਾਇਆ ਕਿ ਹਾਂ ਮੰਨਦੇ ਆ ਕਿ ਦਿੱਲੀ ਪੁਲਿਸ ਦਾ ਇਹ ਟਰੈਪ ਹੋ ਸਕਦਾ। ਸੋ ਅਗਲੇ ਟਰੈਪਾਂ ਨੂੰ ਸਮਝ ਲਈਏ, ਅੱਗੇ ਜਿਹੜੇ ਆ ਉਹ ਸਮਝ ਲਈਏ ਕਿ ਅਸੀਂ ਉਹ ਕੁਝ ਨਾ ਕਰੀਏ ਜੋ ਉਹ ਚਾਹੁੰਦੇ ਆ। ਖੇਤੀ ਕਾਨੂੰਨ ਰੱਦ ਕੀਤੇ ਬਿਨਾ ਅੱਗੇ ਇੱਕ ਕਦਮ ਵੀ ਪਿੱਛੇ ਹਟਣਾ ਉਹ ਜਿਹੜਾ ਉਹਨਾਂ ਸਾਰੇ ਲੋਕਾਂ ਦੇ ਨਾਲ ਜਿਹੜਾ ਉਹ ਇੱਕ ਤਰ੍ਹਾਂ ਦੇ ਨਾਲ ਜਿਹੜਾ ਧੋਖਾ ਹੋਵੇਗਾ, ਜਿਨ੍ਹਾਂ ਨੇ 200 ਲੋਕਾਂ ਨੇ ਆਪਣੀਆਂ ਜਾਨਾਂ ਦਿੱਤੀਆਂ। ਲੱਖਾ ਸਿਧਾਣਾ ਲਗਾਤਾਰ ਜਿਹੜਾ ਉਹ ਆਪਣੀ ਗੱਲ ਦੇ ਉੱਤੇ ਅੜਿੱਗ ਖੜਾ ਤੇ ਸੰਘਰਸ਼ ਦੇ ਵਿੱਚ ਲਗਾਤਾਰ ਪੈਰ ਜਮਾਈ ਆ ਤੇ ਲਗਾਤਾਰ ਆਪਣੀ ਗੱਲਾਂ ਬਾਤਾਂ ਦੇ ਵਿੱਚ ਇੱਕ ਦਿਨ ਵੀ ਢਹਿੰਦੀ ਕਲਾ ਦੀ ਗੱਲ ਨਹੀਂ, ਹਮੇਸ਼ਾ ਇਹ ਕਿਹਾ ਕਿ ਲੋਕਾਂ ਨੂੰ ਜੁੜੋ, ਲੋਕਾਂ ਨਾਲ ਲੈ ਕੇ ਚਲੋ। ਆਪਾਂ ਮਿਲਾਂਗੇ ਜੀ ਅਗਲੀ ਗੱਲਬਾਤ ਦੇ ਦੌਰਾਨ। ਕਿਵੇਂ ਲੱਗੀ ਜਰੂਰ ਦੱਸਣਾ, ਸ਼ੇਅਰ ਜਰੂਰ ਕਰਨਾ, ਚੰਗੀ ਲੱਗੀ ਤਾਂ ਮਿਲਾਂਗੇ ਜੀ ਅਗਲੀ ਗੱਲਬਾਤ ਦੇ ਦੌਰਾਨ। ਸਤਿ ਸ਼੍ਰੀ ਅਕਾਲ।